ਜਿੰਨਿਆਂ ਨੇ ਗੱਡੀਆਂ ਨੇ ਮਗਰ ਲਾਇਆ ਨਾ ਗੁਲਾਮੀ ਕਬੂਲ ਨਹੀਂ। ਸਾਰੇ ਅਮਰੀਕਾ ਜੇ, ਸਾਰੇ ਡਾਲਰ ਖਾਂਦੇ ਜੇ, ਸਭ ਡਾਲਰ ਖਾ ਰਹੇ ਨੇ। ਤੇ ਜੇ ਤੁਸੀਂ ਏਡੇ ਗੈਰਤਮੰਦ ਹੋ ਤੇ ਆਇਓ ਹਾਂ ਵਾਪਸ, ਨਾ ਡਾਲਰ ਖਾਓ ਪਾਕਿਸਤਾਨੀ ਪੈਸਾ, ਸਾੜੋ ਪਾਸਪੋਰਟ ਅਮਰੀਕਨ ਤੇ ਰਹਿਣਾ ਵੀ ਅਮਰੀਕਾ ਦੇ ਵਿੱਚ ਤੇ ਕਹਿਣਾ ਸਾਨੂੰ ਗੁਲਾਮੀ ਵੀ ਮਨਜ਼ੂਰ ਨਹੀਂ। ਜਾਂ ਤੇ ਭਾਈ ਡਾਲਰ ਨਾ ਲਓ, ਡਾਲਰਾਂ ਨੂੰ ਜੱਫੇ ਨਾ ਮਾਰੋ ਤੇ ਪਾਕਿस्तान ਨੂੰ ਮਾਰੋ, ਜਾਂ पाकिस्तान ਦੇ ਬਣੋ ਜਾਂ ਅਮਰੀਕਾ ਦੇ ਬਣੋ। 6 दिन का अल्टीमेटम दिया है खान साहब ने। ਡੀ ਚੌਕ ਦੀ ਭਾਰੀ ਜਿਹੜੇ ਹਨ ਸਟਾਲ ਲਿਆ ਸੀ ਇਹਨਾਂ ਨੇ, ਉਦੋਂ ਰਾਣਾ ਸਰਨਾਉਲਾ ਸਾਹਿਬ ਨੇ ਡੀ ਚੌਂਕ 'ਚ ਦਫਨ ਕੀਤਾ। ਇਹ ਤੇ ਭਾਜੀ ਮਦਾਰੀ ਵਾਲਾ ਹਿਸਾਬ ਹੈ, ਦੋਹਾਂ ਪਾਸੇ ਉਹ ਜਿਹੜਾ ਡਮਰੂ ਨਹੀਂ ਵੱਜਦਾ। ਉਹ ਤੂੰ 4 ਸਾਲ ਦਾ ਤੇ ਬਤਾ ਨਾ ਕਿ 4 ਸਾਲ 'ਚ ਕੀ ਕੀਤਾ। ਇੱਕੋ ਹੀ ਗੱਲ, ਹਮ ਗੁਲਾਮ ਨਹੀਂ। ਕਿਹਦੇ ਗੁਲਾਮ ਅਸੀਂ? ਆਜ਼ਾਦ ਮੁਲਕ ਅਲਹਮਦੁਲਿਲਾ ਪਾਕਿਸਤਾਨ, ਕਿਸੇ ਦੇ ਅਸੀਂ ਗੁਲਾਮ ਨਹੀਂ। ਆਪਣੇ ਘਰੋਂ ਖਾਂਦੇ ਆ, ਆਪਣੇ ਮੁਲਕ ਦਾ ਬੀਜਿਆ ਹੋਇਆ ਖਾਂਦੇ ਆ। आने वाले दिनों में फिर एक महंगाई का एक सुनामी आने वाली है। ਇਹ ਰਹਿੰਦੇ ਨਾ ਅੱਜ 210 ਰੁਪਏ ਦਾ ਤੇਲ ਹੋਣਾ ਸੀ। ਇਹ ਤਾਂ ਸਾਡੀ ਕਿਸਮਤ ਚੰਗੀ ਹੈ ਕਿ ਇਹਨੂੰ ਆਹ ਲਾ ਛੜਿਆ। ਉਹ ਭਾਜੀ ਟਾਈਮ ਮਹਿੰਗਾਈ ਨਾ ਕਰੋ, ਟਾਈਮ ਤੇ ਦਿਓ। ਤੁਹਾਨੂੰ ਆਨੇ ਟਾਈਮ ਥੋੜਾ ਜਿਹਾ ਚਾਹੀਦਾ ਸਾਨੂੰ। ਮੈਂ ਹੀ ਭਾਈ ਕਿਸੇ ਜਾ ਕੇ ਥਾਂ ਪੈਸੇ ਲਾਣੇ ਹੋਣ ਤੇ ਉੱਥੇ ਲਾ ਮੱਛੀ ਹੋਏ ਤੇ ਮੈਂ ਲਾਣਾ। ਮੈਂ ਕਿਹੜਾ ਇਸ ਮੁਲਕ ਦੇ ਵਿੱਚ ਹੋਰੇ ਕੀ ਹੋ ਜਾਣਾ। ਉਹ ਇਹਨੂੰ ਕਹੋ ਆਰਾਮ ਨਾਲ ਬਹਿ, ਠੀਕ ਹੈ ਕਿ ਨਹੀਂ। ਅਦਾਰਿਆਂ ਦੇ ਉੱਤੇ ਤਕਨੀਨ ਕਰਨੀ ਬੰਦ ਕਰ, ਆਰਾਮ ਨਾਲ ਜਾ ਕੇ ਉੱਥੇ ਬੰਨੀ ਗਾਲਾ 'ਚ ਸੈਰ ਕਰ, ਕੁੱਤਿਆਂ ਛੁੱਤਿਆਂ ਨਾਲ ਖੇਡੋ। ਆਪਣੇ ਟਾਈਮ ਸਾਲ ਐਵੇਂ ਗੁਜ਼ਰ ਜਾਣਾ। ਤੇਰੇ 4 ਸਾਲ ਅਜ਼ਾਬ ਦੇ गुजर गए तो साल है भी गुजर जाना। पीएम को क्यों आप लोगों ने खत्म किया है? आखिर क्या मसला था उसके साथ? एक शफाफ इलेक्शन हो जाते। वो सर जी वो ਜਿਹੜੀਆਂ ਮਸ਼ੀਨਾਂ ਹਨ ਉਹਨੂੰ ਬੰਦਾ ਵੀ ਤਾਂ 25 ਲੱਖ ਚਾਹੀਦਾ ਸੀਗਾ। ਅਗਰ 25 ਜਿੰਨੀਆਂ ਮਸ਼ੀਨਾਂ ਹੋਣੀਆਂ ਉਹਨਾਂ ਨੂੰ ਬੰਦੇ ਕਿੰਨੇ ਪਰੇਡ ਕਰਨ ਵਾਲੇ ਹੋਣੇ ਆ। ਕਈਆਂ ਨੇ ਐਂ ਕਰ ਲੈਣਾ ਸੀ, ਇੰਜ ਹੋ ਜਾਣਾ ਸੀ, ਉਂਝ ਹੋ ਜਾਣਾ। ਦਸਤੀ ਮੋੜ ਜੱਟੇ ਤਰੀਕੇ ਨਾਲ ਠੱਕ ਕਰਕੇ ਮੋਹਰ ਲੱਗੇ, ਠੱਕ ਕਰਕੇ ਪਰਚੀ ਪੇ, ਇਹਦਾ ਹੀ ਮਜ਼ਾ ਹੈ। ਮੇਰੇ ਸਾਰੀ ਯੂਨੀਅਨ ਕੌਂਸਲ ਇਲਾਕਾ ਪਿੰਡ ਦਾ ਨਹੀਂ ਪੜ੍ਹੇ ਲਿਖੇ। ਹੁਣ ਬਾਬਿਆਂ ਨੂੰ ਕੀ ਪਤਾ ਮਸ਼ੀਨਾਂ ਦੇ ਵਿੱਚ ਕਿਸ ਤਰ੍ਹਾਂ ਵੋਟ ਪਾਣੇ, ਕਿਸ ਤਰ੍ਹਾਂ ਉਹਨਾਂ ਨੂੰ ਸਮਝਾਉਣਾ। ਉੱਥੇ ਤਾਂ ਹੁਰਾਮੁਖੀ ਪੋਲਿੰਗ ਏਜੰਟ ਤੇ ਚੱਲਦੀ ਹੋਣੀ। ਭਾਈ ਵੋਟਿੰਗ ਮਸ਼ੀਨ ਬਾਹਰ ਦੇ ਮੁਲਕਾਂ ਵਾਸਤੇ ਵੇ ਜਿੱਥੇ ਪੜ੍ਹੇ ਲਿਖੇ ਲੋਕ ਨੇ। ਅਸੀਂ ਤਾਂ ਸਹੀ ਟੈਲੀਫੋਨ ਨਹੀਂ इस्तेमाल कर सकते। अस्सलाम वालेकुम नाज़रीन, न्यू टाइम्स पाकिस्तान से मैं हूं आपका होस्ट चौधरी मोहम्मद अवैस। नाज़रीन इस वक्त मैं मौजूद हूं सियालकोट NA-72 की यूनियन काउंसिल कुंदनपुर में। मेरे साथ यहाँ पे मौजूद है फार्मर चेयरमैन जनाब चौधरी लतीफ़ वैन साहब। आज चौधरी साहब से हम गुफ्तगू करेंगे कि ज़िला सियालकोट के अंदर कोई ऐसा चेयरमैन नहीं था जिसने PTI के दौरे हुकूमत में इतनी महंगाई के ऊपर बात की हो। सबसे ज़्यादा इन्होंने प्रोटेस्ट किया है। किसी भी प्रोडक्ट की जब प्राइसेस इंक्रीज़ होती थी तो सबसे ज़्यादा तनकीद चौधरी साहब की तरफ से आती थी। तो आज हम गुफ्तगू करेंगे कि आज जबकि इनकी गवर्नमेंट है, पाकिस्तान मुस्लिम लीग नून की हुकूमत है, तो पेट्रोल की प्राइसेस तारीख में, पाकिस्तान की हिस्ट्री में एकदम से इतनी ज़्यादा कभी भी इंक्रीज़ नहीं हुई। तो आइए चलते हैं चौधरी साहब की तरफ। जी अस्सलाम वालेकुम। वालेकुम सलाम। जी चौधरी साहब कैसे हैं आप? खैरियत से हैं? जी बिल्कुल ठीक। चौधरी साहब जहाँ तक मुझे याद है ज़िला सियालकोट के अंदर कोई ऐसा चेयरमैन नहीं था कि जिसने इतना ज़्यादा एहतजाज महंगाई के ऊपर पाकिस्तान तहरीक इंसाफ की गवर्नमेंट में किया हो। मुझे ये बता दें कि आज पेट्रोल की प्राइसेस पाकिस्तान की तारीख में सबसे ज़्यादा इंक्रीज़ हुई हैं। अब आपका क्या कहना है? ਉਹ ਭਾਇਆ ਇਹਨਾਂ ਨੇ ਕਿਹਾ, ਇਹਨਾਂ ਦਾ ਉਹ ਹਿਸਾਬ ਹੈ ਕਿ ਨਾ ਛੱਡਾਂਗੇ ਇਹਨਾਂ ਨੂੰ ਤੇ ਨਾ ਕੋਈ ਤੀਲਾ ਰਹਿਣ ਦੇ। किन का हिसाब है? नून लीग ਵਾਲਿਆਂ ਦਾ, ਠੀਕ ਹੈ ਕਿ ਨਹੀਂ। ਜੋ ਬੀਜਿਆ ਨੇ ਵੱਢਣਾ ਤੇ ਸਾਂ ਉਹ ਹੀ ਹੈ ਨਾ। ਹੁਣ ਗੰਨਾ ਬੀਜੀ ਹੋਏ ਤੇ ਬੰਦਾ ਆਖੇ ਮੁੰਜੀ ਵੱਢ ਲਾ, ਇਹ ਕਿਸ ਤਰ੍ਹਾਂ ਦਾ ਹੁੰਦਾ। ਉਹ ਜਨਾਬ 2 ਦੋਸਤ ਹਨਾ ਬੈਠੇ ਸਨ ਤੇ ਉਹਨਾਂ ਨੇ ਸੋਚਿਆ ਯਾਰ ਕਮਾਦ ਨਾ ਲਾ ਲਈਏ। ਉਹਨਾਂ ਨੇ ਬੈਠਿਆ ਬਿਠਾਇਆ ਜਿਹੜਾ ਨਾ ਉਹ ਗੰਨਾ ਵੀ ਉੱਗ ਗਿਆ, ਪੈਦਾ ਹੋ ਗਿਆ। ਬਾਅਦ 'ਚ ਸੋਚਦੇ ਨੇ ਕਿ ਪਿੰਡ ਵਾਲੇ ਤੇ ਗੰਨੇ ਚੂਪ ਛੱਡਣਗੇ। ਉਹਨਾਂ ਨੇ ਪਿੰਡ ਦੇ ਆਲੇ ਦੁਆਲੇ ਅੱਗ ਲਾ ਦਿੱਤੀ, ਨਾਲ ਫੜ ਲਈਆਂ ਡਾਂਗਾ। ਜਿਹੜਾ ਬਾਹਰ ਨਿਕਲੇ ਨਾ ਉਹਨੂੰ ਹੀ ਧੋਣ, ਉਹਨੂੰ ਜਿਹੜਾ ਨਾ ਫੈਂਟੀ ਤੇ ਨਾਲ ਆਖਣ ਚੂਪੋਗੇ, ਹੋਰ ਚੂਪੋ। ਸਾਡੇ ਵਾਲਾ ਉਹ ਹਿਸਾਬ ਮਹਿੰਗਾਈ ਤੇ ਇਹਨਾਂ ਕੀਤੀ ਏ, ਸਾਰਾ ਕੁਝ ਐਗਰੀਮੈਂਟ ਇਹਨਾਂ ਨੇ ਕੀਤੇ ਨੇ। ਸਾਡੇ ਵਾਲਾ ਉਹ ਪਿੰਡ ਵਾਲਾ ਹਿਸਾਬ ਜੋ ਹੋਰ ਚੂਪੋਗੇ। ਹੁਣ ਇਹ ਭਾਜੀ ਸਾਨੂੰ ਚੂਪਣੇ ਪੈਣੇ। लेकिन चौधरी साहब देखे ना, शहबाज शरीफ साहब कहते थे कि जब 12 रुपये पेट्रोल की प्राइसेस इंक्रीज़ हुई थी, शहबाज शरीफ साहब ने कहा था कि ये पाकिस्तानी कौम के ऊपर सबसे बड़ा जुल्म हुआ है। तो आज क्या शहबाज शरीफ साहब जुल्म नहीं कर रहे? ਉਹ ਸਰ ਜੀ ਕਾਹਦਾ ਜ਼ੁਲਮ ਕਰਦੇ ਨੇ ਪਏ। ਜੁਮਾ 8 ਦਿਨ ਹੋਇਆ ਘੁੰਮਤ ਲੈ ਆ। ਜੋ ਇਹਨਾਂ ਨੇ ਅੱਗੇ ਵੀ ਮੈਂ ਗੱਲ ਕੀਤੀ ਹੈ ਕਿ ਜੋ ਬੀਜਾਂਗੇ ਉਹ ਹੀ ਵੱਢਾਂਗੇ ਨਾ। ਹੁਣ ਸਾਨੂੰ ਟਾਈਮ ਤੇ ਦੇਣ ਉਧਰੋਂ ਇਹ ਸੜਕਾਂ ਤੇ ਨਿਕਲੇ ਨੇ। ਕੌਣ ਤਜਾਰਤ ਕਰਨ ਆਏਗਾ ਪਾਕਿਸਤਾਨ? ਕੌਣ ਇਨਵੈਸਟਮੈਂਟ ਕਰਨ ਆਏਗਾ ਪਾਕਿਸਤਾਨ? ਕੋਈ ਨਹੀਂ ਕਰਨ ਆਏਗਾ। ਜੋ ਇਹ ਕਰਦਾ ਪਿਆ ਇਹਦਾ ਉਹ ਹਿਸਾਬ ਹੈ, ਨਾ ਛੱਡਾਂਗੇ ਰਹਿਣ ਜੋਗਾ ਤੇ ਨਾ ਧੀਲਾ ਰਹੇਗਾ। ਉਹ ਸਰ ਜੀ ਇਹਨੂੰ ਕਹੋ ਭਾ ਹੁਣ ਇਹਨਾਂ ਨੂੰ ਚੈੱਕ ਕਰ, ਇਹਨਾਂ ਨੂੰ ਰਹਿਣ ਦੇ। ਇਹਨਾਂ ਨੂੰ 1.5 ਸਾਲ ਜਿਹੜਾ ਮਿਲਿਆ ਜਾਂ ਸਾਲ ਮਿਲਿਆ, ਇਹਨਾਂ ਨੂੰ ਵੇਖ ਤੂੰ ਇਹਨਾਂ ਦਾ ਕੀ ਕਰਦੇ ਨੇ।
ਫੇਰ ਆਪਣਾ ਤੂੰ ਲੈ ਕੇ ਬਿਆਨੀਆਂ ਨਿਕਲੀ। ਇਹ ਜਿਹੜਾ ਬਾਕੀ ਗੁਲਾਮੀ ਦਾ ਬਿਆਨੀਆਂ ਲੈ ਕੇ ਨਿਕਲੇ ਇਹ ਕੋਈ ਬਿਆਨੀਆਂ ਨਹੀਂ। ਮੈਂ ਇਹਨੂੰ ਇਸ ਵਾਸਤੇ ਕਿ ਭਾਜੀ ਜਿਨ੍ਹਾਂ ਨੇ ਜਿੰਨਿਆਂ ਨੇ ਗੱਡੀਆਂ ਨੇ ਮਗਰ ਲਾਇਆ ਨਾ ਗੁਲਾਮੀ ਕਬੂਲ ਨਹੀਂ। गुलामी अमेरिकन गुलामी ਨਾ ਕਬੂਲ। ਸਾਰੇ ਅਮਰੀਕਾ ਜੇ, ਸਾਰੇ ਡਾਲਰ ਖਾਂਦੇ ਜੇ, ਸਭ ਡਾਲਰ ਖਾ ਰਹੇ ਨੇ। ਤੇ ਜੇ ਤੁਸੀਂ ਏਡੇ ਗੈਰਤਮੰਦ ਹੋ ਤੇ ਆਇਓ ਹਾਂ ਵਾਪਸ ਨਾ ਡਾਲਰ ਖਾਓ ਪਾਕਿਸਤਾਨੀ ਪੈਸਾ, ਸਾੜੋ ਪਾਸਪੋਰਟ ਅਮਰੀਕਨ ਤੇ ਰਹਿਣਾ ਵੀ ਅਮਰੀਕਾ ਦੇ ਵਿੱਚ ਤੇ ਕਹਿਣਾ ਸਾਨੂੰ ਗੁਲਾਮੀ ਵੀ ਮਨਜ਼ੂਰ ਨਹੀਂ। ਆ ਮੇਰੇ ਇਲਾਕੇ 'ਚ ਕਿੰਨੀ ਦੁਨੀਆ ਅਮਰੀਕਾ ਬਹੁਤ ਜ਼ਿਆਦਾ ਤੇ ਸਾਰੇ ਪੀਟੀਆਈ ਵਾਲੇ ਨੇ। ਜਾਂ ਤੇ ਭਾਈ ਡਾਲਰ ਨਾ ਲਓ, ਡਾਲਰਾਂ ਨੂੰ ਜੱਫੇ ਨਾ ਮਾਰੋ ਤੇ ਪਾਕਿਸਤਾਨ ਨੂੰ मारो, या पाकिस्तान दे बनो या अमेरिका दे बनो। तो साहब 6 दिन का अल्टीमेटम दिया है खान साहब ने। अगर 6 दिन बाद खान साहब वाकई 20 लाख बंदे लेकर इस्लामाबाद आ जाते हैं तो हुकूमत खतरे में आएगी नहीं आएगी, मामला किस तरफ जाएंगे? क्या हम खाना जंगी की तरफ तो नहीं अल्लाह माफ़ करे चले जाएंगे? अस्तगफुरुल्लाह जी कहो जनाब, इस मुल्क ते अल्लाह दा रहम करम होवे। जिस मुल्क ते अल्लाह दा करम है ना, साडे मुल्क ते अल्लाह दा साडे नबी पाक दा करम है, दुआवां ने सानू, ਸਾਡੇ ਮੁਲਕ ਨੂੰ ਕੁਝ ਨਹੀਂ ਹੋ ਸਕਦਾ। ਲਿਹਾਜ਼ਾ ਡੀ ਚੌਕ ਤੋਂ ਭਾਰੀ ਜਿਹੜੇ ਹਨ ਸਟਾਲ ਲਿਆ ਸੀ ਇਹਨਾਂ ਨੇ, ਉਦੋਂ ਰਾਣਾ ਸਰਨਾਉਲਾ ਸਾਹਿਬ ਨੇ ਡੀ ਚੌਕ 'ਚ ਹੀ ਦਫਨ ਕੀਤਾ। ਭਾਰਾਂ ਦੀ ਕੋਈ ਸਿਆਸਤ ਨਹੀਂ, ਕੋਈ ਪਤਾ ਨਹੀਂ। ਇੱਕ ਕੰਨ 'ਚ ਉਧਰੋਂ ਆਂਦਾ ਸਲਾਮੀ ਟੱਚ ਦੇ, ਇੱਕ ਕੰਨ 'ਚ ਉਧਰੋਂ ਆਂਦਾ ਪਿਆ ਕਿ ਫਲਾਣਾ ਇਹਨੂੰ ਕੰਮ ਕਰ। ਇਹ ਤੇ ਭਾਜੀ ਮਦਾਰੀ ਵਾਲਾ ਹਿਸਾਬ ਹੈ, ਦੋਵਾਂ ਪਾਸੇ ਉਹ ਜਿਹੜਾ ਡਮਰੂ ਨਹੀਂ ਵੱਜਦਾ ਸਾਡੇ ਇੰਝ ਹੀ ਕਰਦਾ ਜੇ ਪਿਆ। ਇਹਨੂੰ ਆਖੋ ਕਿ ਘਰ ਬਣੀ ਗੱਲ ਇਹਦੇ ਵਿੱਚ ਰਹਿ ਸਾਲ ਇੱਕ ਵੇਖ ਇਸ ਟੀਮ ਕੀ ਕਰਦੀ ਹੈ। ਜਦੋਂ ਇਹ ਟੀਮ ਕੱਖ ਨਹੀਂ ਕਰੇਗੀ ਤੈਨੂੰ ਖੁੱਲੀ ਆਜ਼ਾਦੀ ਆ ਮੈਦਾਨ 'ਚ। ਉਹ ਤੂੰ 4 ਸਾਲ ਦਾ ਤੇ ਬਤਾ ਨਾ ਕਿ 4 ਸਾਲ 'ਚ ਕੀ ਕੀਤਾ। ਇੱਕੋ ਹੀ ਗੱਲ ਹਮ ਗੁਲਾਮ ਨਹੀਂ। ਕਿਹਦੇ ਗੁਲਾਮ ਅਸੀਂ? ਆਜ਼ਾਦ ਮੁਲਕ ਅਲਹਮਦੁਲਿਲਾ ਪਾਕਿਸਤਾਨ, ਕਿਸੇ ਦੇ ਅਸੀਂ ਗੁਲਾਮ ਨਹੀਂ। ਆਪਣੇ ਘਰੋਂ ਖਾਂਦੇ ਆ, ਆਪਣੇ ਮੁਲਕ ਦਾ ਬੀਜਿਆ ਹੋਇਆ ਖਾਂਦੇ ਆ। ਇਹ ਬਿਆਨੀਆਂ ਨਹੀਂ ਐਵੇਂ ਬਣਾ ਲਿਆ ਸਾਨੂੰ ਬੇਵਕੂਫ ਬਣਾਇਆ, ਅਸੀਂ ਵੀ ਬੇਵਕੂਫ ਹਾਂ, ਅੱਲਾ ਕਰਦੇ ਨੱਸ ਜਾਂਦੇ ਹਾਂ। ਲੇਕਿਨ ਨਾ ਮੁਨਾਸਿਬ ਜੀ ਗੱਲ ਹੈ। 4 ਸਾਲ ਦੀ ਕਾਰਗਰਦਗੀ ਦੱਸ। ये भी बताते जाएं कि इससे पहले गवर्नमेंट नज़र आ रही थी कि गवर्नमेंट अब भी गवर्नमेंट ख़त्म होने जा रही है। अब गवर्नमेंट इतनी भी कॉन्फिडेंट क्यों नज़र आ रही है पीडीएम? क्या इनके कोई मामला तय पे आ गए हैं? क्या हुआ है? सर जी ਤੁਹਾਡੇ ਕੋਲ ਜਦੋਂ ਟੀਮ ਅੱਛੀ ਹੋਏਗੀ ਤੇ ਤੁਸੀਂ ਖੇਡੋਗੇ ਠੀਕ, ਤੇ ਜਦੋਂ ਤੁਹਾਡੇ ਕੋਲ ਟੀਮ ਹੀ ਨਹੀਂ ਹੋਣੀ ਤੁਹਾਨੂੰ ਤਾਂ ਫਿਰ ਪਰੇਸ਼ਾਨ ਹੀ ਹੋਣਾ ਨਾ। ਇਹਦੇ ਕੋਲ ਟੀਮ ਕੋਈ ਨਹੀਂ ਸੀ, ਸਾਡੇ ਕੋਲ ਟੀਮ ਹੈ ਅਲਹਮਦੁਲਿਲਾ, ਹਰ ਲਿਹਾਜ਼ ਨਾਲ ਪਰਫੈਕਟ ਹੈ। ਲੇਕਿਨ ਟਾਈਮ ਦਿਓ। ਇਹ ਸਵਾਲ ਜਿਹੜਾ ਅਜੇ ਤੁਸੀਂ 8 ਦਿਨਾਂ ਬਾਅਦ ਆ ਗਏ ਹੋ, ਤੇਲ ਕਿਉਂ ਮਹਿੰਗਾ ਕਰ ਦਿੱਤਾ ਜੇ? ਟਾਈਮ ਦਿਓ, ਟਾਈਮ ਦੇਖੋ। ਸਾਲ ਬਾਅਦ ਨਹੀਂ, ਅਸੀਂ ਨਹੀਂ ਸਾਥ ਦਿਆਂਗੇ। ਸਾਨੂੰ ਟਾਈਮ ਤੇ ਦਿਓ, ਆਪਣੇ ਪੈਰਾਂ 'ਤੇ ਖੜਾ ਹੋਏਗਾ। ਕੋਈ ਵੀ ਬੰਦਾ ਜ਼ੀਰੋ ਹੋ ਜਾਂਦਾ ਨਾ, ਉਹਨੂੰ ਟਾਈਮ ਲੱਗਦਾ ਸਟੈਂਡ ਲੈਂਦੇ ਆ। ਇਹਨਾਂ ਨੇ ਛੱਡਿਆ ਹੀ ਕੱਖ ਨਹੀਂ ਮੁਲਕ ਦਾ। ਹੁਣ ਸਾਨੂੰ ਟਾਈਮ ਤੇ ਦਿਓ। ਮੈਂ ਤੁਹਾਡੇ ਨਾਲ ਹੋ ਕੇ ਟੁਰਾਂਗਾ ਇਹਦੇ ਨਾਲ। ਅਗਰ ਇਹ ਕੁਝ ਨਹੀਂ ਕਰਦੇ ਤੇ ਮੈਂ ਇਮਰਾਨ ਖਾਨ ਦੇ ਨਾਲ ਟੁਰ ਪਾਂਗਾ। ਲੇਕਿਨ ਉਹ ਵਕਤ ਹੀ ਨਹੀਂ ਆਣਾ ਕਿ ਮੈਂ ਇਮਰਾਨ ਖਾਨ ਦੇ ਨਾਲ ਟੁਰਾਂ। ਐਡੀ ਬਿਹਤਰੀਨ ਟੀਮ ਹੈ ਪਾਕਿਸਤਾਨ ਕੋਲ, ਮੀਆਂ ਸ਼ਬਾਜ਼ ਸ਼ਰੀਫ ਕੋਲ, ਔਰ ਅਲਹਮਦੁਲਿਲਾ ਕਾਮਯਾਬੀ ਹੋਏਗੀ। ਗਰੀਬ खुशहाल होएगा, अमीर तो अगे ही खुशहाल है, गरीब खुशहाल होएगा। चौधरी साहब यहाँ पे एक ये चीज़ भी है कि इस सारे के सारे चक्कर में जैसे अभी महंगाई हुई है, आने वाले दिनों में फिर एक महंगाई का एक सुनामी आने वाली है। तो आप नहीं समझते कि पाकिस्तान मुस्लिम लीग नून को इत्तेहादियों को साथ मिलाकर कोलिशन गवर्नमेंट बनाना महंगा पड़ेगा आने वाले इलेक्शन में? किस तरह आप पब्लिक के दरमियान जाएंगे? सर जी कोई महंगा नहीं होना, कोई महंगाई नहीं होनी। ਇਹਨੇ ਮੈਂ ਤੁਹਾਨੂੰ ਦੱਸਾਂ ਜੇ ਇਹ ਰਹਿੰਦੇ ਨਾ ਅੱਜ 210 ਰੁਪਏ ਦਾ ਤੇਲ ਹੋਣਾ ਸੀ। ਇੱਕ 180 ਰੁਪਏ ਦਾ ਨਹੀਂ ਸੀ ਹੋਣਾ ਭਾਜੀ, 210 ਰੁਪਏ ਦਾ ਹੋਣਾ ਸੀ। ਇਹ ਤਾਂ ਸਾਡੀ ਕਿਸਮਤ ਚੰਗੀ ਹੈ ਕਿ ਇਹਨੂੰ ਆਹ ਲਾ ਛੜਿਆ। ਉਹ ਭਾਜੀ ਟਾਈਮ ਮਹਿੰਗਾਈ ਨਾ ਕਰੋ, ਟਾਈਮ ਤੇ ਦਿਓ। ਤੁਹਾਨੂੰ ਆਨੇ ਆ ਟਾਈਮ ਥੋੜਾ ਜਿਹਾ ਚਾਹੀਦਾ ਸਾਨੂੰ। ਇਨਸ਼ਾਅੱਲਾ ਇਹ ਮਹਿੰਗਾਈ ਵਾਪਸ ਆਏਗੀ। ਆਟਾ ਆਇਆ ਜੇ ਨਾ ਸਸਤਾ ਹੋਇਆ, ਡਾਲਰ ਹੋਇਆ ਜੇ ਨਾ ਸਸਤਾ। ਜਦੋਂ ਸਕੂਨ ਹੋਏਗਾ, ਅਮਲ ਹੋਏਗਾ, ਮੈਂ ਹੀ ਭਾਈ ਕਿਸੇ ਜਾ ਕੇ ਥਾਂ ਪੈਸੇ ਲਾਣੇ ਹੋਣ ਤੇ ਉੱਥੇ ਅੱਲਾ ਮੱਛੀ ਹੋਏ ਤੇ ਮੈਂ ਲਾਣਾ। ਮੈਂ ਕਿਹੜਾ ਇਸ ਮੁਲਕ ਦੇ ਵਿੱਚ ਹੋ ਰਿਹਾ ਕੀ ਹੋ ਜਾਣਾ। ਉਹ ਇਹਨੂੰ ਕਹੋ ਆਰਾਮ ਨਾਲ ਬਹਿ,
ਠੀਕ ਹੈ ਕਿ ਨਹੀਂ। ਅਦਾਰਿਆਂ ਦੇ ਉੱਤੇ ਤਕਨੀਨ ਕਰਨੀ ਬੰਦ ਕਰ, ਆਰਾਮ ਨਾਲ ਜਾ ਕੇ ਉੱਥੇ ਬੰਨੀ ਗਾਲਾ 'ਚ ਸੈਰ ਕਰ, ਕੁੱਤਿਆਂ ਛੁੱਤਿਆਂ ਨਾਲ ਖੇਡੋ, ਆਪਣੇ ਟਾਈਮ ਸਾਲ ਐਵੇਂ ਹੀ ਗੁਜ਼ਰ ਜਾਣਾ। ਤੇਰੇ 4 ਸਾਲ ਅਜ਼ਾਬ ਦੇ ਗੁਜ਼ਰ ਗਏ ਨੇ ਤੇ ਸਾਲ ਇਹ ਵੀ ਗੁਜ਼ਰ ਜਾਣਾ, ਤੇ ਫੇਰ ਤੇਰੇ ਕੋਲ ਬਿਆਨੀ ਆਏਗਾ, ਸਹੀ ਮੌਕਫ ਆਏਗਾ ਕਿ ਇਸ ਮੁਲਕ ਦੇ ਵਾਸਤੇ ਇਹਨਾਂ ਕੱਖ ਨਹੀਂ ਕੀਤਾ, ਮੈਂ 4 ਸਾਲ 'ਚ ਕੀਤਾ। तो साहब ये चीज़ भी साथ बताते जाएं कि इमरान खान साहब कह रहे थे कि अगर मेरी गवर्नमेंट ख़त्म होती है, ये लोग गवर्नमेंट में आते हैं, इन्होंने आते ही सबसे पहले ये ओवरसीज़ पाकिस्तानी का जो वोट का हक़ है उसको उसके हक़ से दस्तबरदार ये लोग कर देंगे। उसके साथ साथ ईवीएम से अगला इलेक्शन नहीं होने देंगे, ईवीएम को ख़त्म करेंगे। तो ऐसे में आप नहीं समझते कि जो पाकिस्तान तहरीक इंसाफ का जो वर्कर है वो ज़्यादा चार्ज होगा, क्योंकि खान साहब के बयानी को तकवीत मिली है, उन्होंने जो कहा था वही हुआ है आज। ਇਹ ਸਾਰੀ ਬੈਟਰੀ ਫਿਨਿਸ਼ ਹੋ ਜਾਣੀ ਹੈ। ਇਹ ਜ਼ਰਾ ਸਾਲ ਇੱਕ ਸਾਨੂੰ ਲਾ ਲੈਂਦੇ ਹੋ। ਇਹ ਸਾਰੇ ਓਵਰਸੀ ਤੇ ਸਾਰੇ ਆ ਜਿੰਨੇ ਨੇ ਮੇਰੇ ਭਰਾ ਤਰੀਕੇ ਇਨਸਾਫ ਦੇ ਵਿੱਚ, ਇਹਦਾ ਸਾਡੇ ਨਾਲ ਆ ਜਾਣਾ। ਸਾਡੇ ਵਿੱਚ ਹੀ ਨਹੀਂ ਯਾਰ, ਕਿਹੜੇ ਕੋਈ ਮੁਲਕ ਤੋਂ ਬਾਹਰ ਤਰੀਕੇ ਇਨਸਾਫ ਆ ਗਈ ਹੈ। ਸਾਡੇ ਵਿੱਚ ਨੇ ਤਰੀਕੇ ਇਨਸਾਫ ਦੇ ਭਰਾ, ਆਹ ਇਹਨਾਂ ਨੂੰ ਸਾਰਿਆਂ ਨੂੰ ਲੈਣਾ। ਜਦੋਂ ਇਹਨਾਂ ਵੇਖਣਾ ਵਾਕਿਆ ਭਾਈ ਮੁਲਕ ਤੇ ਖੁਸ਼ਹਾਲ ਠੀਕ ਆਪਣੇ ਪੈਰਾਂ ਤੇ खड़ा हो गया, तो इन्होंने बेहतरीन साढ़े दोस्त साढ़े भाईचारे। ईवीएम को क्यों आप लोगों ने खत्म किया है? आपने क्यों उसका बिल पास करवा दिया है? आखिर क्या मसला था उसके साथ? एक शफाफ इलेक्शन हो जाते। वो सर जी वो ਜਿਹੜੀਆਂ ਮਸ਼ੀਨਾਂ ਹਨ ਉਹਨੂੰ ਬੰਦਾ ਵੀ ਤਾਂ 25 ਲੱਖ ਚਾਹੀਦਾ ਸੀਗਾ। 30 ਅਗਰ 25 ਜਿੰਨੀਆਂ ਮਸ਼ੀਨਾਂ ਹੋਣੀਆਂ ਉਹਨਾਂ ਨੂੰ ਬੰਦੇ ਕਿੰਨੇ ਪਰੇਡ ਕਰਨ ਵਾਲੇ ਹੋਣੇ ਆ। ਕਈਆਂ ਨੇ ਐਂ ਕਰ ਲੈਣਾ ਸੀ, ਇੰਜ ਹੋ ਜਾਣਾ ਸੀ, ਉਂਝ ਹੋ ਜਾਣਾ। ਦਸਤੀ ਮੋੜ ਜੱਟੇ ਤਰੀਕੇ ਨਾਲ ਠੱਕ ਕਰਕੇ ਮੋਹਰ ਲੱਗੇ, ਠੱਕ ਕਰਕੇ 25 पे ਇਹਦਾ ਹੀ ਮਜ਼ਾ ਹੈ। ओवरसीज पाकिस्तानी आप लोग उनके डॉलर ले लेते हैं, तो अगर उनका वोट वो दे दें तो क्या मसला है? ਉਹ ਸਰ ਜੀ ਵਾਣ ਵੋਟ ਅਸੀਂ ਕਿਦੋਂ ਨੇ ਨਾ ਪਾਣ ਵੋਟ ਆਣ ਪਾਕਿਸਤਾਨ ਆ ਕੇ ਵੋਟ ਪਾਣ। ਹੁਣ ਮੇਰੇ ਸਾਰੀ ਯੂਨੀਅਨ ਕੌਂਸਲ ਇਲਾਕਾ ਪਿੰਡ ਦਾ ਨਹੀਂ ਪੜ੍ਹੇ ਲਿਖੇ, ਹੁਣ ਬਾਬਿਆਂ ਨੂੰ ਕੀ ਪਤਾ ਮਸ਼ੀਨਾਂ ਦੇ ਵਿੱਚ ਕਿਸ ਤਰ੍ਹਾਂ ਵੋਟ ਪਾਣੇ, ਕਿਸ ਤਰ੍ਹਾਂ ਉਹਨਾਂ ਨੂੰ ਸਮਝਾਣਾ। ਉੱਥੇ ਤੇ ਹੁਰਾਮੁਖੀ ਪੋਲਿੰਗ ਏਜੰਟ ਤੇ ਚੱਲਦੀ ਹੋਣੀ। ਹੁਣ ਸ਼ੇਰ ਦਾ 2 ਨੰਬਰ ਜਾਂ 3 ਨੰਬਰ ਤੇ ਸ਼ੇਰ, 1 ਨੰਬਰ ਤੇ ਬੱਲਾ, 1 ਤੇ 2 ਤੇ ਤੀਰ ਏ, ਤੇ ਮੈਂ ਜਾ ਕੇ ਨਾ ਬਾਬੇ ਨੇ ਪਾਣਾ ਹੋਏ ਸ਼ੇਰ ਉਹਨੂੰ PTI ਨੂੰ ਜਾਂ ਪੀਪਲ ਪਾਰਟੀ ਨੂੰ, ਮੈਂ ਕਹਾਂ ਬਾਬਾ ਜੀ 3 ਤੇ ਦਬਾਓ, ਤੇ ਦੂਜੇ ਪੋਲਿੰਗ ਏਜੰਟ ਵਾਲੇ ਨੇ ਤੇ ਮੈਨੂੰ ਗਲਮੀਓਂ ਫੜ ਲੈਣਾ। ਉਹਨੇ ਕਹਿਣਾ ਤੂੰ ਯਾਰ ਤੂੰ ਮੇਰਾ ਇਹ ਤਾਂ ਸਾਡਾ ਵੋਟ ਹੈ। ਉਹ ਭਾਈ ਵੋਟਿੰਗ ਮਸ਼ੀਨ ਬਾਹਰ ਦੇ ਮੁਲਕਾਂ ਵਾਸਤੇ ਵੇ, ਜਿੱਥੇ ਪੜ੍ਹੇ ਲਿਖੇ ਲੋਕ ਨੇ। ਅਸੀਂ ਤਾਂ ਸਹੀ ਟੈਲੀਫੋਨ ਨਹੀਂ ਇਸਤੇਮਾਲ ਕਰ ਸਕਦੇ। ਸਾਡੇ ਬਜ਼ੁਰਗਾਂ ਕੋਲ ਤਾਂ ਸਾਦੇ ਟੈਲੀਫੋਨ ਨੇ। ਹੁਣ ਟੈਲੀਫੋਨ ਕੰਪਿਊਟਰ ਦੌਰ ਹੈ, ਸਾਡੇ ਬਜ਼ੁਰਗਾਂ ਨੂੰ ਜਾਂ ਸਾਡੀਆਂ ਮਾਵਾਂ ਨੂੰ ਕਿੱਥੋਂ ਪਤਾ? ਠੀਕ ਹੈ ਕਿ ਨਹੀਂ। ਇਹ ਵੋਟ ਮਸ਼ੀਨ ਦਾ ਤਦ ਕੀਤਾ ਕਿ ਇਹਦੇ ਤੇ ਵੋਟ ਸਾਡਾ ਕਾਸਟ ਹੋ ਹੀ ਨਹੀਂ ਸਕਦਾ। ਔਰ ਇਹਦੇ ਵਿੱਚ ਸ਼ਫਾਫ ਇਲੈਕਸ਼ਨ ਵਾਲੀ ਗੱਲ ਕੋਈ ਨਹੀਂ। ਉਹ ਵੋਟ ਪਾਉਣ ਦਾ ਹੀ ਤਰੀਕਾ ਨਹੀਂ ਸਿਖਾਉਣੀ ਕਿਸੇ ਨੂੰ। ਸਮਝ ਇਲੈਕਸ਼ਨ ਵਾਲੇ ਦਿਨ ਲੜਾਈਆਂ ਹੀ ਲੜਾਈਆਂ ਹੋਣੀਆਂ। चौधरी साहब, आखिर पे आप लोगों को और बिलखसूस अपने यूनियन काउंसिल को और NA-72 के लोगों को क्या मैसेज देना चाहते हैं? ਸਰ ਜੀ ਕਹਿਣਾ ਮੈਂ ਤਾਂ ਇਹੀ ਕਹਿਣਾ ਕਿ ਭਾਈਚਾਰਾ ਆਪਣਾ ਇਨਸਾਨ ਨੂੰ ਠੀਕ ਰੱਖਣਾ ਚਾਹੀਦਾ ਹੈ, ਸਾਫ ਸੁਥਰਾ ਰੱਖਣਾ ਚਾਹੀਦਾ ਹੈ, ਬਰਤਨ ਉਤਾਨ ਠੀਕ ਰੱਖਣਾ ਚਾਹੀਦਾ। ਜ਼ਿੰਦਗੀ ਦੇ ਚੰਦ ਲਮਹੇ ਨੇ, ਕਿਸੇ ਨੂੰ ਕੋਈ ਪਤਾ ਨਹੀਂ ਕਿ ਮੇਰੀ ਜ਼ਿੰਦਗੀ ਕਿੰਨੀ ਹੈ। ਤੇ ਮੈਂ ਅਕਸਰ ਆਪਣੇ ਇਲੈਕਸ਼ਨ ਦੇ ਉੱਤੇ ਕੰਪੇਨ ਦੇ ਉੱਤੇ ਇੱਕ ਸ਼ੇਰ ਪੜ੍ਹਦਾ ਹੁੰਦਾ ਹਾਂ ਪੰਜਾਬੀ ਦਾ ਕਿ ਦੁਨੀਆ ਤੇ ਰੱਖ ਫਕੀਰਾ ਐਸਾ ਬਹਿਣ ਖਲੋਣ, ਕੋਲ ਹੋਵੇ ਤੇ ਅਸਣ ਟੁਰ ਜਾਵੇਂ ਤੇ ਰੋਣ। ਇੰਝ ਦਾ ਹੋਣਾ ਚਾਹੀਦਾ ਕਿ ਬੰਦਾ ਟੁਰ ਜਾਏ ਦੁਨੀਆ ਤੋਂ ਤੇ ਅਗਲੇ ਰੋ ਰੋ ਕੇ ਯਾਦ ਕਰਨ। ਉਹ ਜ਼ਿੰਦਾ ਹੋਏ ਤੇ ਫਿਰ ਵੀ ਲੋਕੀ ਹੱਸ ਕੇ ਨਾ ਲੈਣ। ਇਹ ਮੇਰਾ ਪੈਗਾਮ ਹੈ ਕਿ ਆਪਸ 'ਚ ਭਾਈਚਾਰਾ ਔਰ ਕੰਨ ਅੱਖ ਨਾਲ ਵੇਖੀ ਹੋਈ ਤੇ ਕੰਨ ਨਾਲ ਸੁਣੀ ਹੋਈ ਗੱਲ ਤੇ ਅਮਲ ਕਰਨਾ ਚਾਹੀਦਾ। ਸੁਣੀ ਸੁਣਾਈਆਂ ਗੱਲਾਂ ਦੇ ਉੱਤੇ ਜਿਹੜਾ ਨਾ ਨੁਕਸਾਨ ਹੁੰਦਾ। ਤੇ ਮੇਰਾ ਮੈਸੇਜ ਹੈ ਕਿ ਭਾਈਚਾਰਾ ਇਹਦੇ 'ਚ ਹੀ ਹੈ ਕਿ ਮਿਲ ਬੈਠ ਕੇ ਰਹੇ ਬੰਦਾ ਇਨਸਾਨ। ਕਿਸੇ ਨੂੰ ਬੁਰਾ ਨਹੀਂ ਕਹਿਣਾ ਚਾਹੀਦਾ ਜਿੰਨਾ ਤੱਕ ਤੁਸੀਂ ਖੁਦ ਨਾ ਦੇਖੋ। देख भी लिया फिर भी ना आखो। ठीक है नहीं, यह मेरा असल पैगाम। जी नाज़रीन, ये है चौधरी लतीफ़ वैन साहब जो आपसे गुफ्तगू कर रहे थे। उनका ये कहना था कि दुनिया ते रख फ़कीरा ऐसा बैन खलोन, कोल होवे ते हसन टुट जावें ते लोग रोन। उनका ये कहना था कि हमें अपना अखलाकी लिहाज से हम बिल्कुल दुरुस्त होने चाहिए। लोगों के साथ हमारा जो मेल जोल है, उनके साथ जो लेन देन है वो इतना हमारा उनके साथ सीधा होना चाहिए। उसके साथ साथ उनका ये भी कहना है कि अभी उनकी गवर्नमेंट आई है, उनकी गवर्नमेंट को कुछ वक्त दरकार है, चीज़ें दुरुस्त सिमत की तरफ चलना शुरू हो जाएंगी। लेकिन इसके साथ साथ मैं ये चीज़ भी यहाँ पे ऐड करूँगा, चौधरी साहब ही वो वाहिद फ़र्द है ज़िला सियालकोट में जिन्होंने सबसे ज़्यादा क्रिटिसाइज़ किया था पाकिस्तान तहरीक इंसाफ की हुकूमत को। इसी के साथ ही अपने मेज़बान चौधरी मोहम्मद अवैस को न्यू टाइम्स पाकिस्तान की स्क्रीन से इजाज़त दीजिए। अल्लाह हाफिज़।